सत श्री अकाल जी। खबर खास लैके हाजिर हाँ मैं हाँ तुहाडे नाल नरेंद्रपाल सिंह। अज गल करांगे उस मासूम की जो अजे तक जिंदगी और मौत की लड़ाई लड़ रहे। जी हाँ, फतेहवीर जिसनूं बोरवेल विच डिगे 5 दिन हो गए ने, पर प्रशासन तो लैके NDRF तक उसनूं बाहर नहीं कढ़ सकिया। आखिर इन्ना वड्डा अमला क्यों फेल होया, कौन है कसूरवार, इसे ते आधारित है साडी अज दी खास पेशकश। 2 साल ਦੇ ਫਤਿਹਵੀਰ ਨੂੰ ਬੋਰਵੈਲ ਵਿੱਚ ਡਿੱਗੇ 5 ਦਿਨ ਹੋ ਗਏ ਨੇ। 5 ਦਿਨਾਂ ਵਿੱਚ ਇਹ ਰੈਸਕਿਊ ਆਪਰੇਸ਼ਨ ਕਿਵੇਂ ਚੱਲਿਆ, ਆਓ ਤੁਹਾਨੂੰ ਵਿਖਾਉਂਦੇ ਹਾਂ। ਸੁਨਾਮ ਤੇ ਪਿੰਡ ਭਗਵਾਨਪੁਰ ਦੇ ਹੱਸਦੇ ਵਸਦੇ ਪਰਿਵਾਰ ਤੇ ਕਹਿਰ ਬਣ ਕੇ ਬੀਤਿਆ ਵੀਰਵਾਰ, ਜਦੋਂ ਪਰਿਵਾਰ ਦਾ ਚਿਰਾਗ ਫਤਿਹਵੀਰ ਸਿੰਘ ਦੇਰ ਸ਼ਾਮ ਘਰ ਦੇ ਬਾਹਰ ਸੁਨਸਾਨ ਪਏ ਬੋਰਵੈਲ ਖੂਹ ਦੇ ਵਿੱਚ ਜਾ ਡਿੱਗਿਆ। ਪਹਿਲੇ ਦਿਨ ਪਿੰਡ ਵਾਸੀਆਂ ਨੇ ਫਤਿਹਵੀਰ ਨੂੰ ਆਪਣੇ ਤੌਰ ਤੇ ਕੱਢਣ ਦੀ ਕੋਸ਼ਿਸ਼ ਕੀਤੀ। ਘੰਟਿਆਂ ਬੱਧੀ ਕੋਸ਼ਿਸ਼ ਤੋਂ ਬਾਅਦ ਇਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ। ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਅਮਲਾ ਘਟਨਾ ਸਥਾਨ ਤੇ ਪਹੁੰਚਦਾ ਤੇ ਰੈਸਕਿਊ ਆਪਰੇਸ਼ਨ ਦੀ ਕਮਾਨ NDRF ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। NDRF ਦੀ ਟੀਮ ਬਚਾਅ ਦੇ ਵਿੱਚ ਜੁਟਦੀ ਹੈ, ਪਰ ਸਫਲਤਾ ਨਹੀਂ ਮਿਲੀ। ਪਰ ਇਸ ਦੇ ਵਿਚਕਾਰ ਇੱਕ ਡੇਰਾ ਦੀ ਰੈਸਕਿਊ ਮਹਾ ਟੀਮ ਵੀ ਪਿੰਡ ਭਗਵਾਨਪੁਰਾ 'ਚ ਪਹੁੰਚੀ ਤੇ ਬਿਨਾਂ ਦੇਰੀ ਕੀਤਿਆਂ ਦੂਜੇ ਟੀਮ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ। ਸਰ, ਸਾਡੇ ਨਾਲ ਜਿਹੜੀ ਸਾਡੀ ਗ੍ਰੀਨੈਸ ਵੈਲਫੇਅਰ ਫੋਰਸ ਆ ਉਹਦੇ ਲਗਭਗ 350 ਦੇ ਕਰੀਬ ਸੇਵਾਦਾਰ ਪਹੁੰਚਿਆ ਹੋਇਆਗਾ। ਅਸੀਂ ਇਹ ਟੀਮ ਵਰਕ ਦੇ ਹਿਸਾਬ ਨਾਲ ਕੰਮ ਕਰ ਰਹੇ ਹਾਂ। ਇਹ ਸੇਵਾਦਾਰ ਨੇ ਜਿਵੇਂ ਅੱਧਾ ਘੰਟਾ ਇਹ ਨੀਚੇ ਲਾਇਆ ਇਹ ਟੋਏ 'ਚ, ਅੱਧਾ ਘੰਟਾ ਸਵੇਰੇ ਮੈਂ ਲਾਇਆ ਆ, ਉਸ ਤੋਂ ਬਾਅਦ ਅੱਧਾ ਘੰਟਾ ਇਹ ਬਾਈ ਲਾ ਕੇ ਆਇਆ। ਅਸੀਂ ਟੀਮ ਵਰਕ ਕੰਮ ਕਰ ਰਹੇ ਹਾਂ। ਸ਼ੁੱਕਰਵਾਰ ਦੀ ਸ਼ਾਮ ਸਾਰੀਆਂ ਤਰਕੀਬਾਂ ਫੇਲ ਸਾਬਤ ਨਜ਼ਰ ਆਈਆਂ ਜਿਨ੍ਹਾਂ ਨੂੰ ਆਪਰੇਸ਼ਨ ਦੇ ਲਈ ਵਰਤਿਆ ਗਿਆ। ਡਿਜੀਟਲ ਇੰਡੀਆ ਨੂੰ ਇੱਕ ਵਾਰ ਫਿਰ ਤੋਂ ਬੱਚੇ ਨੂੰ ਬਚਾਉਣ ਲਈ 50 ਸਾਲ ਪਹਿਲਾਂ ਦੀ ਦੇਸੀ ਤਕਨੀਕ ਯਾਨੀ ਹੱਥੀ ਬੋਰਵੈਲ ਕਰਨ ਦੀ ਤਕਨੀਕ ਦੀ ਮਦਦ ਲੈਣੀ ਪਈ। ਸ਼ਨੀਵਾਰ ਦੀ ਦੇਰ ਸ਼ਾਮ ਤੱਕ ਸਭ ਠੀਕ ਸੀ। ਡਾਕਟਰਾਂ ਵੱਲੋਂ ਬੱਚੇ ਦੀ ਮੂਵਮੈਂਟ ਤੇ ਨਜ਼ਰ ਰੱਖੀ ਜਾ ਰਹੀ ਸੀ, ਪਰ ਸ਼ਨੀਵਾਰ ਦੀ ਅੱਧੀ ਰਾਤ ਤੋਂ ਬੁਰੀ ਖਬਰ ਆਈ। ਜੋ ਘੜੋਲੀਆਂ ਬਚਾ ਲਈ ਪਾਈਆਂ ਗਈਆਂ ਸਨ, ਉਹਨਾਂ ਦਾ ਅਚਾਨਕ ਸੰਤੁਲਨ ਵਿਗੜ ਗਿਆ। ਆਪਰੇਸ਼ਨ 4 ਘੰਟੇ ਲਈ ਯਾਨੀ ਕਿ ਸਵੇਰੇ 7 ਵਜੇ ਤੱਕ ਰੋਕਣਾ ਪਿਆ। ਇੱਕ ਮਿੰਟ ਨੰਨੀ ਜਾਨ ਤੇ ਭਾਰੀ ਸੀ। ਅਗਲੇ ਦਿਨ ਰੈਸਕਿਊ ਸ਼ੁਰੂ ਕਰਨ ਤੋਂ ਪਹਿਲਾਂ ਮਾਸਟਰ ਪਲਾਨ ਤਿਆਰ ਹੋਇਆ। ਸਿਮੈਂਟਡ ਘੜੋਲੀਆਂ ਦੇ ਰਾਹੀਂ ਲੋਹੇ ਦੇ ਰਿੰਗ ਪਾਉਣ ਅਤੇ ਆਪਰੇਸ਼ਨ ਦੇ ਦੁਬਾਰਾ ਸ਼ੁਰੂ ਕਰਨ ਨੂੰ ਪਹਿਲ ਦਿੱਤੀ ਗਈ। ਐਤਵਾਰ ਦੀ ਸਵੇਰ ਤੱਕ ਲੱਗ ਰਿਹਾ ਸੀ ਕਿ ਆਪਰੇਸ਼ਨ ਨੂੰ ਦੁਪਹਿਰ ਤੱਕ ਅੰਜਾਮ ਦੇ ਨੇੜੇ ਪਹੁੰਚਾ ਦਿੱਤਾ ਜਾਏਗਾ, ਪਰ ਦੇਰ ਸ਼ਾਮ ਤੇ ਫਿਰ ਪੂਰੀ ਰਾਤ ਬੀਤੀ, ਪਰ ਆਪਰੇਸ਼ਨ ਕਦੋਂ ਲਾਸਟ ਟਾਰਗੇਟ ਤੇ ਪਹੁੰਚੇਗਾ ਕੁਝ ਪਤਾ ਨਹੀਂ। ਨਾ ਹੀ ਕੋਈ ਮਾਹਰ ਦੱਸ ਰਹੇ ਸੀ ਤੇ ਨਾ ਹੀ ਬਚਾਅ ਕਾਰਜ ਦੇ ਵਿੱਚ ਜੁਟੀ NDRF ਦੀ ਟੀਮ। ਸਿਰਫ ਇੱਕ ਗੱਲਾਂ ਨੇ ਸਰਕਾਰ ਦੀਆਂ ਵੀ 15 ਮਿੰਟ 20 ਮਿੰਟ 15 ਮਿੰਟ 20 ਮਿੰਟ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਯਾਨੀ ਕਿ ਸਟੈਪ ਸਰਕਾਰ ਵੱਲੋਂ ਨਹੀਂ ਚੱਕਿਆ ਗਿਆ ਵੀ ਜਿਹਦੇ ਵਿੱਚ ਉਹ ਫਤਿਹਵੀਰ ਇੱਕ ਨੰਨੀ ਜਿਹਦਾ ਅੱਜ ਜਨਮ ਦਿਨ ਹੈ ਵੀ ਉਹਨੂੰ ਬਚਾਇਆ ਜਾ ਸਕੇ। ਅਸੀਂ ਇਹਨਾਂ ਤੋਂ ਇਹੀ ਗੱਲਾਂ ਸੁਣਦੇ ਆ ਰਹੇ ਹਾਂ ਕਿ 2 ਘੰਟੇ ਬਾਅਦ ਕੱਢ ਲਾਂਗੇ, ਅਸੀਂ 5 ਘੰਟੇ ਬਾਅਦ ਕੱਢ ਲਾਂਗੇ, ਤੇ ਇਦਾਂ ਕਰਦੇ ਹੀ ਅੱਜ 5ਵਾਂ ਦਿਨ ਹੋ ਚੱਲਿਆ। ਤੇ ਪ੍ਰਸ਼ਾਸਨ ਇਸ ਉੱਤੇ ਇੱਕ ਉੱਥੇ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਇੱਕ ਬੈਠੇ ਨੇ, ਇੱਕ ਮੂਕ ਦਰਸ਼ਕ ਬਣ ਕੇ ਉੱਥੇ ਤਮਾਸ਼ਾ ਦੇਖ ਰਹੇ ਨੇ, ਉਹਨਾਂ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ। ਸੋਮਵਾਰ ਦੀ ਚੜ੍ਹਦੀ ਸਵੇਰ ਆਸ ਦੀ ਕਿਰਨ ਮੁੜ ਜਾਗੀ ਤੇ ਬਚਾਅ ਕਾਰਜ 'ਚ ਜੁਟੀ ਟੀਮ ਨੇ ਦਾਅਵਾ ਕੀਤਾ ਕਿ ਕੁਝ ਹੀ ਦੇਰੀ ਦੇ ਵਿੱਚ ਫਤਿਹਵੀਰ ਸਿੰਘ ਸਾਡੇ ਹੱਥਾਂ 'ਚ ਹੋਵੇਗਾ। ਤਮਾਮ ਟੀਮਾਂ ਨੂੰ ਸਟੈਂਡ ਬਾਈ ਵੀ ਕੀਤਾ ਗਿਆ। ਐਂਬੂਲੈਂਸ ਤੇ ਹਸਪਤਾਲ ਦੇ ਪਹੁੰਚਣ ਤੱਕ ਦਾ ਰਾਹ ਵੀ ਖਾਲੀ ਕਰਵਾ ਦਿੱਤਾ ਗਿਆ, ਪਰ ਹੱਥ ਉਵੇਂ ਹੀ ਖਾਲੀ ਸਨ ਜੋ ਵੀਰਵਾਰ ਦੀ ਦੇਰ ਸ਼ਾਮ ਤੱਕ ਆਪਰੇਸ਼ਨ ਵੇਲੇ ਦੌਰਾਨ। ਬਿਊਰੋ ਰਿਪੋਰਟ, BBC ਨਿਊਜ਼। 2 ਸਾਲ ਦਾ ਹੋ ਗਿਆ ਹੈ ਫਤਿਹਵੀਰ, ਪਰ ਉਸ ਦਾ ਜਨਮ ਦਿਨ ਵੀ ਉਡੀਕ ਵਿੱਚ ਹੀ ਲੰਘ ਗਿਆ। 90 ਘੰਟੇ ਬਾਅਦ ਸੂਬੇ ਦੇ CM ਨੇ ਟਵੀਟ ਕਰਕੇ ਆਪਣੀ ਚਿੰਤਾ ਜ਼ਾਹਰ ਕੀਤੀ, ਜਦਕਿ ਇਸ ਮਹਿਕਮੇ ਦੇ ਮੰਤਰੀ ਨੇ ਮੌਕੇ ਤੇ ਪਹੁੰਚਣਾ ਤੱਕ ਜ਼ਰੂਰੀ ਨਹੀਂ ਸਮਝਿਆ। ਅਜੇ ਵਿੱਚ ਸਵਾਲ ਉੱਠਣਾ ਲਾਜ਼ਮੀ ਹੈ ਕਿ ਮਿਸ਼ਨ ਫਤਿਹਵੀਰ ਦੀ ਮਿਆਦ ਵਧਣ ਲਈ ਕਸੂਰਵਾਰ ਕੌਣ ਹੈ। 6 ਜੂਨ ਨੂੰ ਬੋਰਵੈਲ ਵਿੱਚ ਡਿੱਗਿਆ ਫਤਿਹਵੀਰ। 16 ਘੰਟੇ ਬਾਅਦ ਪਹੁੰਚੇ DC ਤੇ SSP। 40 ਘੰਟੇ ਬਾਅਦ ਸਰਕਾਰ ਦੇ ਨੁਮਾਇੰਦੇ ਅਤੇ 10 ਜੂਨ ਨੂੰ ਮੁੱਖ ਮੰਤਰੀ ਨੇ ਕੀਤਾ ਪਹਿਲਾ ਟਵੀਟ। ਇਸ ਨੂੰ ਪੰਜਾਬ ਸਰਕਾਰ ਦੀ ਲਾਪਰਵਾਹੀ ਨਾ ਕਿਹਾ ਜਾਏ ਤਾਂ ਹੋਰ ਕੀ ਕਿਹਾ ਜਾਏ। ਕਦੇ ਤਕਨੀਕ ਦੀ ਘਾਟ ਤਾਂ ਕਦੇ ਮਾਹਰਾਂ ਦੀ ਕਮੀ। ਮਿਸ਼ਨ ਫਤਿਹ ਲਗਾਤਾਰ ਲੰਮਾ ਹੁੰਦਾ ਗਿਆ। ਇੱਕ ਪਲ ਕੱਟਣਾ ਹਰ ਕਿਸੇ ਲਈ ਭਾਰੀ ਰਿਹਾ। ਫਤਿਹਵੀਰ ਨੂੰ ਬਚਾਉਣ ਦੇ ਲਈ ਪਿੰਡ ਵਾਸੀਆਂ ਦੇ ਨਾਲ ਸਮਾਜ ਸੇਵੀ ਜਮ੍ਹਾਂ ਹੋਏ। ਹਰ ਤਰ੍ਹਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਗਿਆ, ਪਰ ਪ੍ਰਸ਼ਾਸਨ ਕੱਛੂ ਕੰਮੇ ਦੀ ਰਫ਼ਤਾਰ ਦੇ ਨਾਲ ਕੰਮ ਕਰ ਰਿਹਾ ਸੀ। ਜੋ ਕਦਮ ਪ੍ਰਸ਼ਾਸਨ ਨੂੰ ਚੁੱਕਣੇ ਚਾਹੀਦੇ ਸਨ, ਜਿਸ ਤਰ੍ਹਾਂ ਦੀ ਮਦਦ ਲੋੜੀਂਦੀ ਸੀ, ਉਹ ਨਹੀਂ ਮਿਲੀ।
ਇਹੀ ਵਜ੍ਹਾ ਸੀ ਕਿ ਘੰਟੇ ਦਿਨਾਂ ਵਿੱਚ ਅਤੇ ਦਿਨ ਰਾਤਾਂ ਵਿੱਚ ਤਬਦੀਲ ਹੁੰਦੇ ਗਏ, ਪਰ ਫਤਿਹਵੀਰ ਦੀ ਉਡੀਕ ਖਤਮ ਨਹੀਂ ਹੋਈ। ਇਸ ਵਿਚਾਲੇ ਕਈ ਵਾਰ ਆਸ ਬੱਝੀ ਕਿ ਹੁਣ ਫਤਿਹਵੀਰ ਵਾਪਸ ਆਏਗਾ, ਪਰ ਪੁਰਾਣੀਆਂ ਤਕਨੀਕਾਂ ਦੇ ਸਹਾਰੇ ਚਲਾਏ ਜਾ ਰਹੇ ਇਸ ਰੈਸਕਿਊ ਆਪਰੇਸ਼ਨ ਵਿੱਚ ਵਾਰ-ਵਾਰ ਨਾਕਾਮੀ ਹੀ ਹੱਥ ਲੱਗ ਰਹੀ ਸੀ। ਅਜੇ ਵਿੱਚ ਲੋਕਾਂ ਦਾ ਗੁੱਸਾ ਵੀ ਆਸਮਾਨ ਤੇ ਪਹੁੰਚ ਗਿਆ। ਲੋਕਾਂ ਨੇ ਹਾਈਵੇ ਜਾਮ ਕਰਕੇ ਸਰਕਾਰ ਦੀ ਨਾਕਾਮੀ ਤੇ ਆਪਣਾ ਰੋਸ ਜਤਾਇਆ। ਸਰਕਾਰ ਦਾ ਕੋਈ ਵੀ ਇੱਥੇ ਨੁਮਾਇੰਦਾ, ਕੋਈ ਵੀ ਮਤਲਬ ਜਿਹਨਾਂ ਕੋਲ ਮਹਿਕਮਾ ਗੁਰਪ੍ਰੀਤ ਸਿੰਘ ਕਾਂਗੜ, ਹਜੇ ਤੱਕ ਉਹਨਾਂ ਦਾ ਕੋਈ ਸਿੰਗਲ ਬਿਆਨ ਨਹੀਂ ਆਇਆ, ਇੱਥੇ ਆ ਕੇ ਨਹੀਂ ਖੜੇ। ਉਹ ਸਿਰਫ ਤੇ ਸਿਰਫ ਆਪਣੇ ਮਹਿਕਮੇ ਨੇ ਜੇਬ 'ਚ ਪਾ ਕੇ ਤੁਰੇ ਫਿਰਦੇ ਨੇ, ਪਰ ਉਹਨਾਂ ਦਾ ਹੱਕ ਬਣਦਾ ਇੱਥੇ ਆ ਕੇ ਕਿ ਪੰਜਾਬ ਦੇ ਲੋਕਾਂ ਦੀ ਜਾਨੀ ਮਾਲ ਦੀ ਰਾਖੀ ਕਰਨ, ਤੇ ਹਜੇ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਮਸ਼ੀਨਰੀ ਹੈ ਜਿਹੜੀ ਉਹ ਮੁਹੱਈਆ ਨਹੀਂ ਕਰਾਈ। ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਭਰਾਵੋ, ਇਹ ਛੁੱਤੀ ਪਈ ਸਰਕਾਰ ਦੀਆਂ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ 5 ਦਿਨਾਂ ਤੋਂ ਜ਼ਿਆਦਾ ਹੋ ਗਏ ਫਤਿਹ ਨੂੰ ਬੋਰ ਵਿੱਚ ਡਿੱਗੇ। ਉਸ ਮਾਸੂਮ ਦੀਆਂ ਚੀਕਾਂ ਇਸ ਸਰਕਾਰ ਨੂੰ ਨਹੀਂ ਸੁਣੀਆਂ। ਜੇ ਫਤਿਹਵੀਰ ਨੂੰ ਕੁਝ ਵੀ ਹੁੰਦਾ ਹੈਗਾ ਤਾਂ ਸਰਕਾਰ ਪ੍ਰਸ਼ਾਸਨ ਪੂਰਾ ਜ਼ਿੰਮੇਵਾਰ ਹੈਗਾ। ਅਸੀਂ ਜਾਮ ਫਤਿਹਵੀਰ ਨੂੰ ਬਚਾਉਣ ਲਈ ਲਾਇਆ, ਇੱਥੇ 5 ਦਿਨਾਂ ਨਾਲ ਉਹਦੇ ਨਾਲ ਖੇਡ ਰਹੇ, ਕੀ ਗੱਲ ਜਵਾਬ। ਸਰਕਾਰ ਦੀ ਬਦ ਇੰਤਜ਼ਾਮੀ ਅਤੇ ਨਾਕਾਮੀ ਤੇ ਲੋਕ ਸਵਾਲ ਚੁੱਕ ਰਹੇ ਸਨ, ਤਾਂ ਵਿਰੋਧੀ ਵੀ ਸਰਕਾਰ ਤੇ ਢਿੱਲੀ ਕਾਰਗੁਜ਼ਾਰੀ ਦੇ ਇਲਜ਼ਾਮ ਲਗਾ ਰਹੇ ਸਨ। NDRF ਦੀ ਵੀ ਟ੍ਰੇਨਿੰਗ ਦੇ ਵਿੱਚ ਮੈਂ ਦੇਖਿਆ ਸਾਨੂੰ ਕਮੀ ਮਹਿਸੂਸ ਹੋਈ ਹੈ ਤੇ ਪ੍ਰੋਪਰ ਜਿਹੜੀ ਹੈ ਮੋਬਿਲਾਈਜੇਸ਼ਨ ਵੀ ਐਡਮਿਨਿਸਟ੍ਰੇਸ਼ਨ ਨਹੀਂ ਕਰ ਸਕੀ, ਪਰ ਜਿਹੜਾ ਹੈ ਸਾਡੀ ਤਾਂ ਇਹੀ ਹੈ, ਅਰਦਾਸ ਇਹੀ ਹੈ ਵੀ ਜਿਹੜਾ ਬੱਚਾ ਸਹੀ ਸਲਾਮਤ ਆ। ਫਤਿਹਵੀਰ ਦੇ ਬੋਰਵੈਲ ਵਿੱਚ ਡਿੱਗਣ ਦੇ 40 ਘੰਟਿਆਂ ਬਾਅਦ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਸਰਕਾਰ ਦੀ ਲਾਪਰਵਾਹੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੀ ਕਰਦੇ ਨਜ਼ਰ ਆਏ। तो पहले दिन तो एक ही टारगेट है कि किसी तरीके ਨਾਲ ਅਸੀਂ ਬੱਚੇ ਦੀ ਜਾਨ ਨੂੰ ਬਚਾ ਸਕੀਏ। ਇਸ ਪੂਰੇ ਜਿਹੜਾ ਇਹ ਐਪੀਸੋਡ ਚੱਲਿਆ ਹੈ, ਇਸ ਦੇ ਵਿੱਚ ਮੈਨੂਅਲ ਕੰਮ ਕਰਨ ਦੇ ਨਾਲ ਹੀ ਅਸੀਂ ਬੱਚੇ ਨੂੰ ਰਿਟਰੀਵ ਕਰ ਸਕਦੇ। देयर इज नो ਮਸ਼ੀਨਰੀ ਅਵੇਲੇਬਲ ਜਿਹਦੇ ਨਾਲ ਇਹਨੂੰ ਮੁਸ਼ਕਿਲ ਤੱਕ ਸਰਕਾਰਾਂ ਦੀ ਗੱਲ ਹੈ। ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਬੋਰ ਹੈ 1984 ਚ ਲੱਗਿਆ ਸੀ ਤੇ ਜਿਹੜਾ ਇਹਨਾਂ ਦੇ ਪਰਿਵਾਰ ਦਾ ਬੱਚਾ ਫਸਿਆ ਉਹਨਾਂ ਦੇ ਘਰ 'ਚ ਬੋਰ ਲੱਗਿਆ ਹੋਇਆ ਸੀ ਔਰ 1991 ਚ ਬੰਦ ਹੋ ਗਿਆ ਸੀ। ਸੋ 1991 ਦਾ ਬੰਦ ਹੋਇਆ ਬੋਰ 2019 ਤੱਕ ਇਸੇ ਤਰੀਕੇ ਨਾਲ ਉਸ ਪਰਿਵਾਰ ਦੇ ਆਪਣੇ ਘਰ ਦੇ ਮੂਹਰੇ ਸੀ। ਹਰ ਪਾਸਿਓਂ ਫਤਿਹਵੀਰ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ, ਪਰ ਸੂਬੇ ਦੇ ਮੁੱਖ ਮੰਤਰੀ ਵੱਲੋਂ ਕੋਈ ਪ੍ਰਤੀਕਿਰਿਆ ਤੱਕ ਨਹੀਂ ਆਈ ਅਤੇ ਜਦੋਂ ਸਵਾਲ ਉੱਠਣੇ ਸ਼ੁਰੂ ਹੋ ਗਏ ਤਾਂ ਮੁੱਖ ਮੰਤਰੀ ਨੇ ਵੀ ਇੱਕ ਟਵੀਟ ਕਰਕੇ ਖਾਨਾ ਪੂਰਤੀ ਕਰ ਦਿੱਤੀ। ਆਪਣੇ ਦੂਜੇ ਜਨਮ ਦਿਨ ਤੇ ਮਾਸੂਮ ਫਤਿਹਵੀਰ ਪਰਿਵਾਰ ਨਾਲ ਨਾ ਹੋ ਕੇ 150 ਫੁੱਟ ਡੂੰਘੇ ਬੋਰਵੈਲ ਵਿੱਚ ਫਸਿਆ ਰਿਹਾ। ਇੱਕ ਮਾਂ ਲਈ ਕੁਝ ਸੈਕਿੰਡ ਵੀ ਬੱਚੇ ਤੋਂ ਦੂਰ ਰਹਿਣਾ ਔਖਾ ਹੁੰਦਾ ਹੈ, ਪਰ ਫਤਿਹਵੀਰ ਨੂੰ ਮਾਂ ਕੋਲੋਂ ਵਿਛੜੇ 5 ਦਿਨ ਹੋ ਗਏ। ਸਮਝਣਾ ਮੁਸ਼ਕਿਲ ਨਹੀਂ ਸੀ ਕਿ ਉਸ ਦੀ ਮਾਂ ਦੀ ਕੀ ਹਾਲਤ ਹੋਵੇਗੀ। 2 ਸਾਲ ਪਹਿਲਾਂ ਜਿਸ ਘਰ ਵਿੱਚ ਫਤਿਹਵੀਰ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਸਨ, ਅੱਜ ਉਸ ਘਰ ਵਿੱਚ ਪਸਰੀ ਚੁੱਪ ਲਈ। ਆਖਿਰ ਕੌਣ ਹੈ ਕਸੂਰਵਾਰ? RN ਕਾਂਸਲ ਦੇ ਨਾਲ ਰਾਕੇਸ਼ ਕੁਮਾਰ, PTC ਨਿਊਜ਼, ਸੰਗਰੂਰ। ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਨੂੰ ਵਿਖਾਵਾਂਗੇ ਕਿ ਕੀ ਹੁਣ 90 ਘੰਟੇ ਦੇ ਬਾਅਦ ਕੀਤੀ ਗਈ ਹੈ ਫਤਿਹਵੀਰ ਲਈ ਤਿਆਰੀ। नब्बे घंटे बाद ही सही आखिरकार सरकार की नींद टुटी तो फतेहवीर नूं बचाउण लई एयर एंबूलेंस भी तैयार कर ली गई है। इस एयर एंबूलेंस के जरिए जिवें ही फतेहवीर बाहर आएगा उसनूं एयरलिफ्ट करके PGI चंडीगढ़ ले जाया जाएगा। जानकारी दे रहे हैं मेरे सहयोगी RN कांसल। 6 ਜੂਨ ਸ਼ਾਮ 4 ਵਜੇ ਤੋਂ ਫਤਿਹਵੀਰ ਹੈ ਜਿਹੜਾ 120 ਫੁੱਟ ਦੇ ਉੱਤੇ ਬੋਰਵੈਲ ਦੇ ਵਿੱਚ ਫਸਿਆ ਹੋਇਆ ਹੈਗਾ। ਉਸ ਦੀ ਸਿਹਤ ਸਹੂਲਤਾਂ ਨੂੰ ਲੈ ਕੇ ਹੁਣ ਚੰਦ ਮਿੰਟਾਂ ਬਾਅਦ ਉਸ ਨੂੰ ਬਾਹਰ ਕੱਢ ਲਿਆ ਜਾਏਗਾ ਔਰ ਸਿਹਤ ਸਹੂਲਤਾਂ ਲਈ ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਗੱਲ ਕਰਦੇ ਆ ਰਹੇ ਸੀ ਕਿ ਉਸ ਨੂੰ 에ਅਰ ਲਿਫਟ ਕੀਤਾ ਜਾਵੇ ਕਿਉਂਕਿ ਬਹੁਤ ਹੀ ਕੰਡੀਸ਼ਨ ਉਸ ਦੀ ਜਿਹੜੀ ਹੈਗੀ ਆ ਹਾਲਤ ਮਾੜੀ ਹੋਣੀ ਹੈਗੀ ਹੈ ਤੇ ਉਸ ਨੂੰ ਤੁਰੰਤ ਸਥਾਨਕ ਹਸਪਤਾਲਾਂ ਵਿੱਚ ਲਿਜਾ ਕੇ ਉਸ ਦੇ ਉੱਪਰ ਟਰਾਈ ਨਾ ਕੀਤੀ ਜਾਵੇ, ਉਸ ਦੀ ਸਿਹਤ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ। ਤੇ ਹੁਣ ਸਰਕਾਰ ਨੂੰ ਸੁਰਤ ਆਈ ਹੈ ਜਿਹੜੀ ਉਹ 96 ਘੰਟਿਆਂ ਦੇ ਬਾਅਦ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਉਸ ਦੀ 에ਅਰ ਲਿਫਟ ਦਾ ਪ੍ਰਬੰਧ ਹੈਗਾ ਜਿਹੜਾ ਉਸ ਤੋਂ ਲਗਭਗ 2-3 ਕਿਲੋਮੀਟਰ ਦੇ ਨੇੜੇ ਤੇੜੇ ਕੀਤਾ ਗਿਆ। ਸਾਡੇ ਨਾਲ ਆਫੀਸਰ ਮੌਜੂਦ ਨੇ, ਇਹਨਾਂ ਤੋਂ ਪੁੱਛਣਾ ਚਾਹਾਂਗੇ। ਹਾਂਜੀ ਸਰ, ਇਹ ਕਿੱਥੋਂ ਹੈਲੀਕਾਪਟਰ ਜਿਹੜਾ ਅਰੇਂਜ ਹੋਇਆ ਹੈਗਾ ਔਰ ਇਹਦੇ ਵਿੱਚ ਕੀ ਫੈਸਿਲਿਟੀਜ਼ ਹੈਗੀਆਂ ਨੇ? ਪੰਜਾਬ ਗਵਰਨਮੈਂਟ ਨੇ ਜੀ ਜੋ ਚੰਡੀਗੜ੍ਹ ਤੋਂ ਇਹ ਸਪੈਸ਼ਲੀ ਹੈਲੀਕਾਪਟਰ ਨੂੰ ਇੱਥੇ ਭੇਜਿਆ ਹੈਗਾ ਕਿ ਜਦੋਂ ਵੀ ਫਤਿਹਵੀਰ ਮਤਲਬ ਬਾਹਰ ਆਉਂਦਾ ਤਾਂ ਉਹਨੂੰ ਤੁਰੰਤ ਹੀ ਦੇਰੀ ਨਾ ਕਰਦੇ ਹੋਏ ਤੁਰੰਤ ਹੀ ਜਿਹੜਾ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਇਹਨੂੰ ਲਿਜਾ ਮਤਲਬ ਚੰਡੀਗੜ੍ਹ PGI ਵਾਸਤੇ ਲਿਜਾਵਾਂਗੇ
ਤਾਂ ਜੋ ਮਤਲਬ ਜਿਹੜਾ ਹੈਗਾ ਜਲਦ ਤੋਂ ਜਲਦ ਉਹਨੂੰ ਜਿਹੜੀ ਹੈਗਾ ਡਾਕਟਰੀ ਸਹੂਲਤ ਦਿੱਤੀ ਜਾ ਸਕੇ, ਕੋਈ ਦੇਰ ਨਾ ਹੋ ਸਕੇ। ਬਿਲਕੁਲ ਜਿਸ ਤਰ੍ਹਾਂ ਕੋਈ ਦੇਰ ਨਾ ਹੋ ਸਕੇ ਉਸ ਨੂੰ ਡਾਕਟਰੀ ਸਹੂਲਤ ਦੇਣ ਦੀ ਜੋ ਐਂਬੂਲੈਂਸ ਮੰਗਵਾਈ ਗਈ ਹੈ ਉਹ ਡੀਐਮਸੀ ਲੁਧਿਆਣਾ ਦੀ ਐਂਬੂਲੈਂਸ ਹੈ, ਜਿਸ ਦੇ ਵਿੱਚ ਵੈਂਟੀਲੇਟਰ, ਕਾਰਡੀਅਕ ਮੋਨੀਟਰ, ਪਲਸ ਮੋਨੀਟਰ ਸਭ ਕੁਝ ਲੱਗੇ ਹੋਏ ਨੇ। ਉਸ ਸਥਾਨ ਤੋਂ ਜਿੱਥੇ ਬੋਰਵੈਲ ਹੈ ਉਸਥੋਂ ਉਰੇ ਤੱਕ ਆਉਣ ਲਈ ਲਗਭਗ 10 ਮਿੰਟ ਦਾ ਸਮਾਂ ਲੱਗੇਗਾ। ਉਸ ਤੋਂ ਬਾਅਦ ਉਹਨਾਂ ਨੂੰ 에ਅਰਲਿਫਟ ਕਰਕੇ ਡਾਇਰੈਕਟ ਪੀਜੀਆਈ ਲਿਜਾਇਆ ਜਾਏਗਾ। ਜਿਸ ਤਰ੍ਹਾਂ ਪਹਿਲਾਂ ਡਿਸਟ੍ਰਿਕਟ ਹਸਪੀਟਲ ਸੰਗਰੂਰ ਜਾਂ ਡੀਐਮਸੀ ਲੁਧਿਆਣਾ ਦੀ ਗੱਲ ਹੈ ਜਿਹੜੀ ਉਹ ਕੀਤੀ ਜਾ ਰਹੀ ਸੀ, ਹੁਣ ਉਸ ਦੀ 에ਅਰਲਿਫਟਿੰਗ ਦਾ ਸਾਰਾ ਪ੍ਰਬੰਧ ਹੋ ਚੁੱਕਿਆ ਹੈ। ਬੇਸ਼ੱਕ ਇਸ ਦੇ ਲਈ ਮੀਡੀਆ ਨੂੰ ਬਹੁਤ ਜਿਹੜੀ ਸਰਕਾਰ ਦੇ ਉੱਪਰ ਇਹ ਗੱਲ ਕਰਨੀ ਪਈ, ਕਿਉਂਕਿ ਸਰਕਾਰ ਨੇ ਜੋ ਜਾਗੀ ਹੈ ਉਹ ਉਸ ਦੇ 90 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਜਾਗੀ ਹੈ, ਤੇ ਹੁਣ ਜਿਹੜੇ ਸਾਰੇ ਪ੍ਰਬੰਧ ਨੇ ਕੁਝ ਉਹਨਾਂ ਵਿੱਚ ਤੇਜ਼ੀ ਆਈ ਹੈ। ਜੋ 에ਅਰਲਿਫਟ ਕਰਨ ਤੋਂ ਬਾਅਦ ਉਮੀਦ ਕਰ ਸਕਦੇ ਹਾਂ ਕਿ ਜੋ ਹੈ ਫਤਿਹਵੀਰ ਜੋ ਇੱਕ ਵਾਰੀ ਫੇਰ ਹੱਸਦਾ ਖੇਡਦਾ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਹੋਵੇਗਾ, ਆਪਣੇ ਸ਼ਹਿਰ ਵਾਸੀਆਂ ਦੇ ਨਾਲ ਅੱਜ ਜੋ ਉਸ ਦਾ ਜਨਮ ਦਿਨ ਹੈ ਮਨਾ ਸਕੇਗਾ। ਦੇਸ਼ ਵਾਸੀਆਂ ਦੀਆਂ ਜਿਹੜੀਆਂ ਦੁਆਵਾਂ ਨੇ ਜ਼ਰੂਰ ਕੰਮ ਕਰਨਗੀਆਂ ਔਰ ਫਤਿਹਵੀਰ ਇੱਕ ਨਵਾਂ ਜਨਮ ਹੈ ਜਿਹੜਾ ਉਹ ਪਾ ਸਕੇਗਾ। ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰਐਨ ਕਾਂਸਲ, ਪੀਟੀਸੀ ਨਿਊਜ਼, ਸੰਗਰੂਰ। ਵੈਸੇ ਇਸ ਸਭ ਦੇ ਵਿੱਚ ਕਸੂਰ ਕਿਸ ਦਾ ਹੈ? ਕੀ ਸਥਾਨਕ ਪ੍ਰਸ਼ਾਸਨ ਜ਼ਿੰਮੇਵਾਰ ਹੈ? ਸਰਕਾਰ ਦੀ ਅਣਗਹਿਲੀ ਜੋ ਪਹਿਲੀ ਨਜ਼ਰ ਵਿੱਚ ਦਿਖ ਰਹੀ ਹੈ ਉਹ ਜ਼ਿੰਮੇਵਾਰ ਹੈ, ਜਾਂ ਐਨਡੀਆਰਐਫ ਦੀ ਟੀਮ ਜਿਹੜੀ ਹੈ ਉਹ ਪੂਰੇ ਤਰੀਕੇ ਨਾਲ ਇਸ ਆਪਰੇਸ਼ਨ ਨੂੰ ਕਰਨ ਵਿੱਚ ਇਕਵਿਪਡ ਨਹੀਂ ਸੀ? ਕਿ ਉਹਨਾਂ ਕੋਲ ਸਮਰੱਥਾ ਨਹੀਂ ਸੀ? ਇਹ ਸਾਰੇ ਸਵਾਲ ਨੇ ਜਿਸ ਦਾ ਐਨਡੀਆਰਐਫ ਦੇ ਡੀਆਈਜੀ ਰਣਦੀਪ ਰਾਣਾ ਜਵਾਬ ਦੇ ਰਹੇ ਨੇ। ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਟੀਮ ਵੱਲੋਂ ਮਾਸੂਮ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਗਰੂਰ ਦੇ ਵਿੱਚ ਇੱਕ ਬੱਚਾ ਬੋਰਵੈਲ 'ਚ ਡਿੱਗਾ ਹੈ। 6 ਜੂਨ ਦਾ ਬੱਚਾ ਬੋਰਵੈਲ 'ਚ ਡਿੱਗਾ, ਲੇਕਿਨ ਅਜੇ ਤੱਕ ਬਾਹਰ ਨਹੀਂ ਨਿਕਲ ਪਾਇਆ। ਐਨਡੀਆਰਐਫ ਦੀ ਟੀਮ ਲੱਗੀ, ਆਖਿਰ ਕੀ ਕਮੀਆਂ ਨੇ ਜਿਸ ਕਰਕੇ ਅਜੇ ਤੱਕ ਰੈਸਕਿਊ ਆਪਰੇਸ਼ਨ नहीं हो पा रहा? ਸਾਡੇ ਨਾਲ ਡੀਆਈਜੀ रणदीप राणा ने एनडीआरएफ ਦੇ, ਉਹਨਾਂ ਨਾਲ ਗੱਲ ਕਰਦੇ हैं। सर, क्या दिक्कत है जिस वजह से बच्चा बाहर नहीं आ पा रहा है? कि बोरवेल का जैसा कि आप समझ रहे होंगे कि एक बहुत ही स्पेशलाइज्ड किस्म का ये रेस्क्यू ऑपरेशन होता है, क्योंकि उसका जो विड्थ है वो बहुत ही कम होता है। और इस केस में और ज़्यादा मुश्किलें इसलिए आई कि वो बच्चे के साथ ही कुछ कैरी बैग वगैरह और साथ ही में उसके गए हुए हैं। तो जो एक स्पेशलाइज्ड इक्विपमेंट बोरवेल रेस्क्यू के लिए हम लोगों ने बनाया भी हुआ है, वो कुछ थोड़ा स्पेस उसके लिए चाहिए, ताकि जहाँ पे बच्चा अटका हुआ है रास्ते में उससे नीचे हो जाएगा तो बैलून खुल के उसको फिर ऊपर खींच सकते हैं। इसमें भी कोशिश की कि बच्चे को हम लोग पहुँच पाएँ और उसको रस्सी से बांध के पुल अप कर सकें, और बच्चे के दोनों हाथ भी एंगेज कर पाए, रस्सी से बांध भी पाए, लेकिन वो इस तरह से अटका हुआ है कि रस्सी से भी वो नहीं खींचा जा सका। और सिंस वो 2 साल का छोटा ही बच्चा है तो एक ज़ोर से ज़्यादा प्रेशर भी उस पर नहीं लगाया जा सकता, और उसका विड्थ बेहद कम है, तो इसलिए एक एडिशनल साइड में टनल के अलावा और कोई स्कोप इसमें बचा नहीं। तो भी जो टनल आप लोग निकाल रहे हैं, कितना काम हुआ? क्यों नहीं उस टनल से बच्चे तक पहुंचा जा रहा है? क्योंकि 6 जून और अब तक काफ़ी लंबा टाइम हो गया, गर्मी बहुत ज़्यादा है। इसमें बिल्कुल कोई शक नहीं कि 3-4 दिन हो गए हैं लगातार ऑपरेशन चलते हुए, और ये साइड में जो एडिशनल टनल भी बनाई जाती है, अगर इसको बहुत तेज़ी से बनाने की कोशिश की जाए तो वाइब्रेशन जो होती है उससे जो बोरवेल है, क्योंकि वो कच्चा होता है, मिट्टी उसमें नीचे साइड में सरक के और बच्चा और नीचे चला जाता है, तो इसलिए बहुत ही वो सावधानी पूर्वक वो टनल बनाई जाती है ताकि वाइब्रेशन की वजह से उसमें कोई नुकसान ना हो। तो इसमें भी सभी एजेंसीज़ ने कोशिश की कि बहुत तेज़ी से जितनी प्रोफेशनली कार्रवाई हो सकती है वो की जाए, लेकिन ये एक काफ़ी अफसोसजनक बात ही रही कि वो गिरने के हालात जिस तरह के थे वो बहुत ज़्यादा सुविधाजनक किसी के लिए भी नहीं था। लेकिन डीआई साहब, आखिर वक्त क्यों लग रहा है? आखिर अब क्यों कामयाबी नहीं मिल पा रही? आपकी बात हुई होगी अपनी टीम से, क्या दिक्कतें पेश आ रही हैं? सबसे बड़ी समस्या क्या है वहाँ पर? सबसे बड़ी समस्या यही कि एक तो डेप्थ काफ़ी ज़्यादा है, और अभी जो एडिशनल टनल बनाई है वो लगभग समाप्ति की ओर है, और ये बस अभी कुछ ही समय की बात है कि बच्चे तक निश्चित तौर पे रेस्क्यूअर्स पहुंच जाएंगे। और ज़्यादा टाइम इसीलिए लगा कि वो साइड टनल उसको ऐसा ना हो कि वो तेज़ी के चक्कर में और ज़्यादा नुकसान हो, और क्योंकि बोरवेल जितनी डेप्थ तक खोदा जाता है, अक्सर देखने में आया है कि उससे नीचे टाइम के साथ साथ अपने आप ही गैप बन जाता है।
तो कई बार इतनी गहराई हो जाती है कि ट्रेस कर पाना ही मुश्किल होता है। लेकिन अक्सर सर इस तरीके के जो वाक़या होते हैं सामने आते रहते हैं, हरियाणा में, राजस्थान में, पंजाब में बच्चे अक्सर इस तरह से गिरते रहते हैं। क्यों इस तरह की कोई तकनीक ईजाद नहीं हम लोग कर पाए या हम लोग कर नहीं पा रहे हैं कि जिससे हम लोग जल्दी रेस्क्यू कर पाएँ? क्योंकि 6 जून से अब तक लंबा टाइम हो गया है, उम्मीदें लगातार कम होती जा रही हैं, फतेहवीर अभी भी अंदर है। बिल्कुल आपका कहना सही है, और इसके लिए एनडीआरएफ ने अपने एक्सपीरियंस के आधार पे दूसरी स्पेशलाइज्ड एजेंसीज़ के साथ मिलकर 2-3 अच्छे इक्विपमेंट इजाद किए हैं। लेकिन वो इक्विपमेंट भी ऐसा है कि उसके लिए कम से कम एक थोड़ा सा 2-2.5 इंच का स्पेस चाहिए, ताकि जहाँ पे बच्चा अटका हुआ है उसके नीचे उसको पहुँचाया जा सके। लेकिन इसमें सिंस बच्चा बोरी के साथ गया था, इसलिए पूरी कोशिश करने के बाद भी वो इक्विपमेंट इस ढंग से बच्चे के नीचे तक वो नहीं जा पाया, जिससे बच्चे को ऊपर खींचा जा सके। अभी आपकी बात हुई होगी अपनी टीम से, क्या कह रहे हैं वो कि कब तक अब ये रेस्क्यू मिशन जो है पूरा हो जाएगा? अभी जो साइड टनल खोदने की जो तैयारी चल रही है उसमें अभी 3 फीट के करीब और खोदना बाकी है, तो मेरे ख्याल से काफ़ी जल्दी अभी बच्चे तक रेस्क्यूअर्स पहुंच जाएंगे। बिल्कुल, इस नाल डीआईजी रणदीप राणा सन एनडीआरएफ तो जो कि दस रहे हैं कि जल्द ही फतेहवीर ਨੂੰ ਬਾਹਰ ਕੱਢਿਆ ਜਾਏਗਾ। पूरी जंगी पद्धर ਤੇ ਕੋਸ਼ਿਸ਼ਾਂ ਜਾਰੀ ਨੇ, लेकिन ਜ਼ਾਹਿਰ तौर ਤੇ ਲੋਕਾਂ ਨੂੰ ਵੀ ਥੋੜਾ ਜਿਹਾ ਧਿਆਨ ਰੱਖਣਾ ਹੋਏਗਾ ਕਿ ਇਸ ਤਰੀਕੇ ਨਾਲ ਖੁੱਲੇ ਬੋਰਵੈਲ ਨਾ ਛੱਡੇ ਜਾਣ। ਕੈਮਰਾ ਪਰਸਨ ਵਿਕਰਮ ਡੋਗਰਾ ਦੇ ਨਾਲ ਹਰਪ੍ਰੀਤ ਸਿੰਘ, ਪੀਡੀਸੀ ਨਿਊਜ਼, ਦਿੱਲੀ। ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਬੋਰਵੈਲ ਵਿੱਚ ਡਿੱਗੇ ਮਾਸੂਮ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਜਿੱਥੇ ਅਰਦਾਸਾਂ ਦਾ ਦੌਰ ਜਾਰੀ ਹੈ, ਉੱਥੇ ਹੀ 4 ਦਿਨ ਬੀਤ ਜਾਣ ਤੋਂ ਬਾਅਦ ਵੀ ਫਤਿਹਵੀਰ ਲਈ ਰੈਸਕਿਊ ਆਪਰੇਸ਼ਨ ਵਿੱਚ ਹੋ ਰਹੀ ਦੇਰੀ ਕਾਰਨ ਲੋਕਾਂ ਦੇ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਹੈ। ਪਿੰਡ ਭਗਵਾਨਪੁਰਾ ਵਿੱਚ ਜਿੱਥੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਰਾਜ਼ਗੀ ਜ਼ਾਹਿਰ ਕੀਤੀ, ਉੱਥੇ ਹੀ ਸੁਨਾਮ ਬਠਿੰਡਾ ਰੂਟ ਤੇ ਜਾਮ ਲਾ ਕੇ ਆਪਣੀ ਪੜਾਸ ਵੀ ਖੂਬ ਕੱਟੀ। 95 ਘੰਟੇ ਤੋਂ ਲਗਾਤਾਰ ਫਤਿਹਵੀਰ ਹੈ ਜਿਹੜਾ ਉਹ ਅੰਦਰ ਆਪਣੀ ਰਿਹਾਈ ਲਈ ਜਿੱਦੋਜਹਿਦ ਕਰ ਰਿਹਾ ਹੈ, ਔਰ ਲੋਕਾਂ ਦੇ ਸਬਰ ਦਾ ਬੰਨ ਹੈ ਜਿਹੜਾ ਉਹ ਟੁੱਟਦਾ ਜਾ ਰਿਹਾ ਹੈ। ਲੋਕ ਨੇ ਜੋ ਹੈ ਸੁਨਾਮ ਬਠਿੰਡਾ ਰੋਡ ਜਾਮ ਕਰ ਰੱਖਿਆ ਹੈ। ਕੀ ਕਹਿਣਾ ਚਾਹੁੰਦੇ ਨੇ ਲੋਕ, ਇਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਅੱਜ ਜਿਹੜਾ ਮਤਲਬ 5ਵੇਂ ਦਿਨ ਲੋਕਾਂ ਨੇ ਇੱਥੇ ਅੱਕ ਕੇ ਜਾਮ ਲਾਇਆ ਲਗਾਤਾਰ ਪੂਰੇ 5 ਦਿਨਾਂ ਦੇ ਉੱਤੋਂ। ਇੱਥੋਂ ਦੇ ਪ੍ਰਸ਼ਾਸਨ ਨੇ, ਚਾਹੇ ਉਹ ਡੀਸੀ ਆਉਂਦਾ, ਚਾਹੇ ਇੱਥੇ ਕੋਈ ਵੀ ਸਿਆਸੀ ਲੀਡਰ ਆ, ਚਾਹੇ ਉਹ ਸਿੰਗਲਾ, ਚਾਹੇ ਕੋਈ ਵੀ ਆ, ਸਿਆਸੀ ਲੀਡਰ ਆ ਕੇ ਇੱਥੇ ਕੁਰਸੀ ਢਾ ਕੇ ਬਹਿੰਦੇ ਨੇ। ਪਰ ਅਸੀਂ ਉਹਨਾਂ ਨੂੰ ਇੱਕ ਸਵਾਲ ਕਰਦੇ ਹਾਂ ਕਿ ਕੋਈ ਵੀ, ਚਾਹੇ ਉਹ ਡੀਸੀ ਆ, ਚਾਹੇ ਉਹ ਸਿਆਸੀ ਲੀਡਰ ਨੇ, ਹੁਣ ਤੱਕ ਦਾ ਕੋਈ ਵੀ ਉਹਨਾਂ ਨੇ ਕੋਈ ਇਹੋ ਜਿਹਾ ਸਾਧਨ ਮੁਹੱਈਆ ਕਰਾਇਆ ਹੋਵੇ ਜਿਹਦੇ ਰਾਹੀਂ ਉਹ ਫਤਿਹਵੀਰ ਨੂੰ ਅਸੀਂ ਬਾਹਰ ਕੱਢ ਸਕਦੇ ਹੋਈਏ। ਉੱਥੇ ਜਿਹੜੇ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ, ਉਹ ਸਾਡੀਆਂ ਧਾਰਮਿਕ ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਨੇਗੇ, ਉਹ ਉਹਦੇ ਰਾਹਤ ਕਾਰਜ ਦੇ ਉੱਤੇ ਲੱਗੇ ਹੋਏ ਨੇ। ਪਰ ਸਰਕਾਰ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਹਜੇ ਤੱਕ ਕੋਈ ਵੀ ਇਹੋ ਜਿਹਾ ਕੋਈ ਸਾਧਨ ਆ ਜਿਹੜਾ ਮੁਹੱਈਆ ਨਹੀਂ ਕਰਾਇਆ ਸਕਾ, ਜਿਹਦੇ ਇੱਕ ਟੈਕਨੀਕਲ ਦੇ ਨਾਲ ਕੋਈ ਵੀ ਇੱਥੇ ਇੰਜੀਨੀਅਰ ਨਹੀਂ ਭੇਜਿਆ ਗਿਆ, ਕੋਈ ਵੀ ਇੱਥੇ ਟੈਕਨੀਸ਼ੀਅਨ ਨਹੀਂ ਹੈ, ਕੋਈ ਵੀ ਇੱਥੇ ਮਤਲਬ ਕੋਈ ਢੰਗ ਦੀ ਸਥਿਤੀ ਨਹੀਂ ਬਣਾਈ ਜਿਹਦੇ ਰਾਹੀਂ ਅਸੀਂ ਇੱਕ ਢੰਗ ਦੇ ਨਾਲ ਉਹ ਬੱਚੇ ਨੂੰ ਬਾਹਰ ਕੱਢ ਸਕਦੇ ਹੋਈਏ। ਇਹ ਤੋਂ ਸਾਫ਼ ਆ ਤੇ ਸਪਸ਼ਟ ਆ ਕਿ 5 ਦਿਨਾਂ ਦੇ ਵਿੱਚੋਂ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਨਾ ਆਉਣਾ। ਹਾਂਜੀ, ਸਾਨੂੰ ਬੜੀ ਦੁਖਦਾਈ ਦੀ ਗੱਲ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰੀ ਵੀ ਹਾਂ ਦਾ ਨਾਰਾ ਨਹੀਂ ਮਾਰਿਆ। ਬੜੀ ਸ਼ਰਮ ਦੀ ਗੱਲ ਆ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਇਸ ਐਡੇ ਬੜੇ ਦੁੱਖ ਦੀ ਗੱਲ ਹੈ ਵੀ ਸਾਰੇ ਸਾਡੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਮੁਜ਼ਾਹਰੇ ਕਰ ਰਹੇ ਨੇ। ਕਿਉਂਕਿ ਇਹ ਕਿਉਂ ਤੁਸੀਂ ਜਾਮ ਲਾਇਆ? ਅਸੀਂ ਜਾਮ ਫਤਿਹਵੀਰ ਨੂੰ ਬਚਾਉਣ ਲਈ ਲਾਇਆ। ਇੱਥੇ 5 ਦਿਨਾਂ ਨਾਲ ਉਹਦੇ ਨਾਲ ਖੇਡ ਰਹੇ। ਕੀ ਗੱਲ ਜਵਾਕ, ਜੇ ਕੈਪਟਨ ਸਰਕਾਰ ਦਾ ਆਪਦਾ ਖੁਦ ਦਾ ਜੰਮਿਆ ਹੁੰਦਾ, ਜੇ ਉਹ ਖੂਹ 'ਚ ਡਿੱਗਿਆ ਹੁੰਦਾ, ਆਪ ਭੱਜਿਆ ਫਿਰਦਾ ਬਾਹਰ ਤੱਕ ਜਾਂਦਾ, ਜਿੰਨੀ ਉਹ ਤੋਂ ਜਾਨ ਬਚਾਈ ਜਾਂਦੀ। ਤੁਸੀਂ ਦੇਖਿਆ ਕਿੰਨੇ ਇਮੋਸ਼ਨ ਨੇ ਇਹ ਛੋਟੇ ਛੋਟੇ ਨੌਜਵਾਨਾਂ ਦੇ, ਔਰ ਲੋਕਾਂ ਦਾ ਕਹਿਣਾ ਹੈਗਾ ਕਿ ਜੇਕਰ ਜਵਾਕ ਸਰਕਾਰ ਦਾ ਆਪਣਾ ਹੁੰਦਾ ਤਾਂ ਉਹ ਇਸ ਨੂੰ ਕਿਸ ਤਰ੍ਹਾਂ ਟ੍ਰੀਟ ਕਰਦੀ। ਲਗਾਤਾਰ 5 ਦਿਨ ਹੋ ਗਏ ਨੇ, ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦਾ ਜਿਹੜੇ ਐਫਰਟ ਨੇ ਉਹ ਦੇਖਣ ਨੂੰ ਨਹੀਂ ਮਿਲੇ। ਵੱਖ-ਵੱਖ ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ ਵੱਲੋਂ ਤਾਂ ਜ਼ਰੂਰ ਐਫਰਟ ਕੀਤੇ ਗਏ ਨੇ, ਇਲਾਕੇ ਦੇ ਲੋਕਾਂ ਵੱਲੋਂ ਤਾਂ ਜ਼ਰੂਰ ਐਫਰਟ ਕੀਤੇ ਗਏ ਨੇ, ਪਰ ਸਰਕਾਰ ਦੇ ਐਫਰਟਾਂ ਦੇ ਪ੍ਰਤੀ ਲੋਕਾਂ ਦਾ ਰੋਸ਼ ਹੈ। ਇਸ ਕਰਕੇ ਉਹਨਾਂ ਨੇ ਸੁਨਾਮ ਬਠਿੰਡਾ ਰੋਡ ਜਿਹੜਾ ਜਾਮ ਕੀਤਾ। ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਹਰ ਵਰਗ ਦੇ ਲੋਕ ਨੇ ਜਿਹੜੇ ਇਸ ਜਾਮ ਦਾ ਹਿੱਸਾ ਬਣੇ ਹੋਏ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਫਤਿਹਵੀਰ ਨੂੰ ਬਾਹਰ ਲੈ ਕੇ ਆਵੇ, ਤਦ ਹੀ ਉਹ ਇਸ ਜਾਮ ਨੂੰ ਖੋਲਣਗੇ। ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰਐਨ ਕਾਂਸਲ, ਪੀਟੀਸੀ ਨਿਊਜ਼, ਸੰਗਰੂਰ। ਇਸ ਦੇ ਨਾਲ ਹੀ ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।